ਸਮੂਹ ਸਤਸੰਗੀ ਜਨ ਮਨ ਬਿਰਤੀਆਂ ਨੂੰ ਇਕਾਗਰਤਾ ਵਿੱਚ ਲਿਆਉਂਦੇ ਹੋਏ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ। ਆਖੋ ਜੀ ਸਤਨਾਮ ਵਾਹਿਗੁਰੂ। ਛੇਵੇਂ ਪਦੇ ਵਿੱਚ ਸਤਿਗੁਰਾਂ ਨੇ ਕੁਝ ਸਾਡੇ ਸਾਹਮਣੇ ਸਵਾਲ ਰੱਖੇ ਨੇ। ਸਵਾਲ ਕਰਤਾ ਵੀ ਸਤਿਗੁਰੂ ਆਪ ਜੀ ਨੇ ਤੇ ਉਹਨਾਂ ਦੇ ਜਵਾਬ ਦੇਣ ਵਾਲੇ ਵੀ ਸਤਿਗੁਰੂ ਆਪ ਜੀ ਨੇ। ਗੁਰਬਾਣੀ ਅੰਦਰ ਹੋਰ ਵੀ ਕਈ ਅਨੇਕਾਂ ਥਾਵਾਂ ਤੇ ਐਸਾ ਢੰਗ ਜਿਹੜਾ ਵਰਤਿਆ ਸਤਿਗੁਰਾਂ ਨੇ। ਪਹਿਲਾਂ ਉਹਦਾ ਸਵਾਲ ਤੇ ਉਸ ਤੋਂ ਬਾਅਦ ਉਹਦਾ ਜਵਾਬ ਦਿੱਤਾ ਹੈ। ਛੇਵੇਂ ਪਦੇ ਅੰਦਰ ਜਿਹੜੇ ਜਿਹੜੇ ਸਵਾਲ ਸਤਿਗੁਰੂ ਜੀ ਨੇ ਕੀਤੇ ਨੇ ਤੇ ਨਾਲ ਹੀ ਸੱਤਵੇਂ ਪਦੇ ਵਿੱਚ ਉਹਨਾਂ ਦਾ ਜਵਾਬ ਦਿੱਤਾ ਹੈ। ਪਹਿਲਾ ਸਵਾਲ ਕਿਹੜਾ ਹੈ? ਕਿਉਂਕਿ ਹੁਣ ਤੱਕ ਜੋ ਆਪਾਂ 5 ਪਦਿਆਂ ਦੀ ਵਿਚਾਰ ਸਰਵਨ ਕਰ ਚੁੱਕੇ ਹਾਂ, ਉਹਦੇ ਵਿੱਚ ਹੁਕਮ ਦੀ ਖੇਡ ਜੋ ਤੂੰ ਕਰਦਾ ਏ, ਜਿਵੇਂ ਤੂੰ ਕਰਾ ਰਿਹਾ ਹੈ, ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪ੍ਰਮਾਤਮਾ ਤੇਰੇ ਇਹਨੇ ਅਜੀਬ ਕੌਤਕਾਂ ਨੂੰ ਵੇਖ ਕੇ ਮੈਂ ਤੇ ਹੈਰਾਨ ਹੋ ਗਿਆ ਵਾਂ ਤੇ ਮੇਰੇ ਮਨ ਅੰਦਰ ਹੀ ਇਹ ਸਵਾਲ ਪੈਦਾ ਹੋਏ ਨੇ। ਉਹ ਸਵਾਲ ਕਿਹੜੇ ਨੇ? ਕਵਨ ਸੁ ਮੁਕਤੀ ਕਵਨ ਸੁ ਨਰਕਾ। ਮੁਕਤੀ ਸ਼ਬਦ ਗੁਰਬਾਣੀ ਅੰਦਰ, ਨਰਕ ਸ਼ਬਦ, ਫਿਰ ਅੱਗੇ ਕਵਨ ਸੰਸਾਰੀ ਕਵਨ ਸੁ ਭਗਤਾ, ਕਵਨ ਸੁ ਦਾਨਾ, ਕਵਨ ਸੁ ਹੋਛਾ, ਕਵਨ ਸੁ ਸੁਰਤਾ, ਕਵਨ ਜੁੜਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵੀ ਤੇ ਗੁਰਦੇਵ ਪਿਤਾ ਜੀ ਦੇ ਸਮੇਂ ਵਿੱਚ ਵੀ ਮੁਕਤੀ ਕਿਹਨੂੰ ਨਹੀਂ ਚਾਹੀਦੀ? ਸਾਰੇ ਮੁਕਤ ਹੋਣਾ ਲੋਚਦੇ ਨੇ, ਪਰ ਗੁਰਦੇਵ ਪਿਤਾ ਜੀ ਨੇ ਉਹਨਾਂ ਲੋਕਾਂ ਦੇ ਜਿਹੜੇ ਧਰਮ ਦੇ ਨਾਂ ਤੇ ਮੁਕਤੀ ਵਾਸਤੇ ਕੀਤੇ ਜਾਂਦੇ ਜਿਹੜੇ ਕਰਮ ਕਾਂਡ ਸਨ, ਸਤਿਗੁਰਾਂ ਨੇ ਗੁਰਬਾਣੀ ਅੰਦਰ ਉਹਨਾਂ ਦਾ ਖੰਡਨ ਕੀਤਾ ਹੈ, ਨਿਖੇਧੀ ਕੀਤੀ ਹੈ ਵੀ ਇਹ ਕਰਮ ਕਰਨ ਦੇ ਨਾਲ ਮਤਾਂ ਤੁਸੀਂ ਸੋਚੋ ਕਿਤੇ ਅਸੀਂ ਮੁਕਤੀ ਦੇ ਹੱਕਦਾਰ ਹੋ ਜਾਵਾਂਗੇ। ਮੁਕਤ ਦਾ ਮਤਲਬ ਕੀ ਹੈ? ਆ ਜਿੰਨੇ ਵੀ ਸ਼ਬਦ ਤੁਸੀਂ ਸਰਵਨ ਕੀਤੇ ਨੇ ਇਹਨਾਂ ਦੇ ਕੁਝ ਵਿਪਰੀਤ ਸ਼ਬਦ ਵੀ ਨੇ। ਮੁਕਤ ਦਾ ਵਿਪਰੀਤ ਸ਼ਬਦ ਹੈ ਬੰਧਨ। ਨਰਕ ਦਾ ਉਲਟ ਸ਼ਬਦ ਹੈ ਸਵਰਗ। ਇਸੇ ਤਰ੍ਹਾਂ ਹੀ ਸੰਸਾਰੀ ਤੇ ਨਿਰੰਕਾਰੀ, ਫਿਰ ਅੱਗੇ ਭਗਤ ਆਇਆ, ਫਿਰ ਮਨਮੁਖ, ਦਾਨਾ ਸਿਆਣੇ ਨੂੰ ਕਹਿੰਦੇ ਨੇ। ਸਿਆਣਾ ਇਹਦਾ ਉਲਟ ਹੈ ਕਮਲਾ, ਜਿਹਨੂੰ ਆਪਾਂ ਝੱਲਾ ਵੀ ਕਹਿ ਦਿੰਦੇ ਖਾਂ, ਹੋਛੀ ਮੱਤ ਵਾਲਾ। ਚੇਤੇ ਅਸੀਂ ਤੇ ਹਰ ਗੱਲ ਜਿਹੜੀ ਹੈ ਨਾ ਗੁਰਬਾਣੀ ਦੇ ਚਾਨਣ ਵਿੱਚ ਕਿ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਗੁਰਬਾਣੀ ਅੰਦਰ ਜੋ ਮੁਕਤੀ ਦਾ ਸਿਧਾਂਤ ਸਾਡੇ ਸਾਹਮਣੇ ਰੱਖਿਆ, ਉਸ ਅਨੁਸਾਰ ਸਾਨੂੰ ਮੁਕਤੀ ਚਾਹੀਦੀ ਸੀ। ਗੁਰੂ ਦੇ ਦਰ ਤੋਂ ਉਹ ਕੀ ਮੁਕਤੀ ਮੰਗਦੇ ਆ। ਬਾਕੀ ਮੁਕਤੀ ਜਿਹੜੀ ਸੰਸਾਰ ਮੁਕਤੀ ਮੰਗਦਾ ਹੈ ਨਾ, ਉਹ ਮੁਕਤੀ ਸਾਨੂੰ ਨਹੀਂ ਚਾਹੀਦੀ। ਆਮ ਆਪਾਂ ਵੇਖਦੇ ਹਾਂ ਸੰਸਾਰ ਦੇ ਅੰਦਰ ਮਨੁੱਖ ਸਾਰੀ ਉਮਰ ਕੁਕਰਮ ਕਰਦੇ ਆ, ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ ਤੇ ਫਿਰ ਜਦੋਂ ਉਹ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ, ਬਾਅਦ ਵਿੱਚ ਉਹਦੇ ਨਿਮਿਤ ਧਰਮ ਦੇ ਨਾਂ ਤੇ ਜਿਹੜੇ ਕਰਮ ਕੀਤੇ ਜਾਂਦੇ ਨੇ, ਉਹਦੇ ਨਾਮ ਤੇ ਜਿਹੜੇ ਦਾਨ ਦਿੱਤੇ ਜਾਂਦੇ ਨੇ, ਉਹ ਇਸ ਵਾਸਤੇ ਜ਼ਿਆਦਾ ਜਿਹੜਾ ਧਿਆਨ ਲੋਕਾਂ ਦਾ ਇੱਧਰ ਹੀ ਹੈ ਕਿ ਸ਼ਾਇਦ ਜੇ ਇਹ ਕੁਝ ਕਰਾਂਗੇ ਤੇ ਉਹ ਜਿਹੜਾ ਜਾਣ ਵਾਲਾ ਹੈ ਉਹ ਮੁਕਤ ਹੋ ਜਾਏਗਾ। ਗੁਰਮਤਿ ਨੇ ਮਰਨ ਉਪਰੰਤ ਜਿਹੜੀ ਮੁਕਤੀ ਹੈ ਨਾ, ਇਹਨੂੰ ਪ੍ਰਵਾਨ ਨਹੀਂ ਕੀਤਾ। ਮੁਕਤੀ ਚਾਹੀਦੀ ਹੈ ਸਾਨੂੰ ਸਵਰਗ ਵੀ ਚਾਹੀਦਾ ਹੈ, ਨਰਕਾਂ ਤੋਂ ਆਪਾਂ ਬਚਣਾ ਹੈ, ਪਰ ਸਾਨੂੰ ਕਿਹੜਾ ਸਵਰਗ ਚਾਹੀਦਾ ਹੈ, ਕਿਹੜੀ ਮੁਕਤੀ ਚਾਹੀਦੀ ਹੈ,
ਉਹਦੇ ਵਾਸਤੇ ਫਿਰ ਸਾਨੂੰ ਸਤਿਗੁਰੂ ਗੁਰਦੇਵ ਪਿਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਜਿਹੜੀ ਹੈ ਉਹ ਪੜ੍ਹਨੀ ਪਵੇਗੀ। ਭਗਤ ਨਾਮਦੇਵ ਜੀ, ਉਹਨਾਂ ਦੇ ਬਚਨ ਪੜ੍ਹੋ, ਕਿਉਂਕਿ ਭਗਤ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਸਾਰੀ ਹੋਰ ਬਾਣੀ ਜਿਹੜੀ ਹੈ, ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ, ਇੱਕੋ ਹੀ ਸਿਧਾਂਤ ਹੈ। ਸਵੈ ਵਿਰੋਧੀ ਗੱਲਾਂ ਨਹੀਂ ਇੱਥੇ ਕੀਤੀਆਂ ਗਈਆਂ। ਭਗਤ ਨਾਮਦੇਵ ਜੀ ਨੇ ਬਚਨ ਕੀਤੇ ਨੇ, ਪ੍ਰਮਾਤਮਾ ਮੈਂ ਮੁਕਤੀ ਚਾਹੁੰਦਾ ਹਾਂ, ਪਰ ਮੈਂ ਆਪਣੇ ਆਲੇ ਦੁਆਲੇ ਲੋਕ ਜਿਹੜੀ ਮੁਕਤੀ ਭਾਲਦੇ ਨੇ, ਮੈਨੂੰ ਉਹ ਮੁਕਤੀ ਨਹੀਂ ਚਾਹੀਦੀ। ਮੈਨੂੰ ਮੁਕਤੀ ਚਾਹੀਦੀ ਹੈ, ਪਰ ਮਰਨ ਬਾਅਦ ਨਹੀਂ। ਮਰਨ ਤੋਂ ਬਾਅਦ ਚਲੋ ਮੰਨ ਵੀ ਲਓ ਜੇ ਮੈਂ ਮੁਕਤ ਹੋ ਵੀ ਜਾਵਾਂਗਾ, ਤੇ ਲੋਕਾਂ ਨੂੰ ਕੀ ਪਤਾ ਕਿ ਮੈਂ ਮੁਕਤ ਹਾਂ, ਤੇ ਮੈਨੂੰ ਕੀ ਪਤਾ ਕਿ ਮੈਂ ਮੁਕਤ ਹੋ ਕੇ ਸੰਸਾਰ ਵਿੱਚ ਵਿਚਰਿਆ ਹਾਂ। ਮਰੇ ਹੋਗੇ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਜੇ ਤੁਸੀਂ ਮੁਕਤੀ ਦਿਓਗੇ ਤੇ ਉਸ ਮੁਕਤੀ ਨੂੰ ਕੌਣ ਜਾਣਦਾ, ਕੌਣ ਜਾਣੇਗਾ। ਸਤਿਗੁਰਾਂ ਨੇ ਇਸੇ ਕਰਕੇ ਗਿਆਨਵਾਨ ਪੁਰਸ਼ਾਂ ਦੀ ਵੀ ਗੱਲ ਕੀਤੀ, ਮੁਕਤ ਬਪੜੀ ਭੀ ਗਿਆਨੀ ਤਿਆਗੇ। ਬਪੜੀ ਕਿਹਾ, ਮੁਕਤੀ ਨੂੰ ਵਿਚਾਰੀ ਕਿਹਾ। ਕਹਿੰਦੇ ਨੇ ਜਿਸ ਵਿਚਾਰੀ ਮੁਕਤੀ ਨੂੰ ਲੋਕੀ ਲੱਭਦੇ ਫਿਰਦੇ ਨੇ, ਭਾਲਦੇ ਫਿਰਦੇ ਨੇ, ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਆਖਣ ਲੱਗੇ ਜਿਹੜੇ ਗਿਆਨਵਾਨ ਪੁਰਸ਼ ਨੇ ਨਾ, ਉਹ ਇਹੋ ਜੀ ਮੁਕਤੀ ਦਾ ਤਿਆਗ ਕਰ ਦਿੰਦੇ ਨੇ। ਮੁਕਤ ਭਾਵ ਅਸਲ ਵਿੱਚ ਮੁਕਤ ਹੋਣਾ ਕੀ ਹੈ? ਜੀਵਨ ਦੇ ਵਿੱਚ ਜਿਸ ਦਿਨ ਤੋਂ ਮਾਲਕ ਨੇ ਸੂਝ ਬਖਸ਼ਿਸ਼ ਕਰ ਦਿੱਤੀ ਹੈ, ਹੋਸ਼ ਸੰਭਾਲ ਲਏ, ਸਤਿਗੁਰੂ ਜੀ ਦੇ ਲੜ ਲੱਗ ਕੇ ਮਨੁੱਖ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਲਵੇ, ਮਾਇਆ ਦੇ ਮੋਹ ਤੋਂ ਬਚਾ ਕੇ ਇਹਨਾਂ ਬੰਧਨਾਂ ਤੋਂ ਜਿਨਨੇ ਆਪਣੇ ਆਪ ਨੂੰ ਮੁਕਤ ਕਰ ਲਿਆ, ਅਸਲ ਵਿੱਚ ਮੁਕਤ ਹੀ ਹੋ ਜੇ। ਚੌਥੇ ਪਾਤਸ਼ਾਹ ਜੀ ਦੇ ਬਚਨ ਤੁਸੀਂ ਆਸਾ ਕੀ ਵਾਰ ਬਾਣੀ ਨਾਲ ਜਿਹੜੇ ਜਿਨ੍ਹਾਂ ਨੂੰ ਪ੍ਰਚਲਿਤ ਹੈ ਸ਼ਬਦ ਛੱਕੇ ਕਿਹਾ ਜਾਂਦਾ ਹੈ। ਛੱਕੇ ਵੈਸੇ ਸ਼ਬਦ ਹੈ ਨਹੀਂ ਹੈ, ਉਹ ਛੱਕਾ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਕਿਤੇ ਪੜੋਗੇ ਦੇਵ ਗੰਧਾਰੀ ਰਾਗ ਕੀਤੇ ਛੱਕਾ ਇੱਕ ਨਾਲ ਲਿਖਿਆ ਹੋਇਆ ਹੈ, ਭਾਵ 6 ਸ਼ਬਦਾਂ ਦਾ ਸਮੂਹ, ਉਹਨੂੰ ਛੱਕਾ ਕਹਿੰਦੇ ਨੇ। ਇਹ ਤੇ ਛੰਤ ਨੇ, 6 ਛੰਤ ਨੇ, ਇੱਕ ਛੰਤ ਵਿੱਚ 4 ਪਦੇ ਨੇ ਤੇ 24 ਪਦੇ ਹੋ ਗਏ ਤੇ 24 ਆਸਾ ਕੀ ਵਾਰ ਦੀਆਂ ਪੌੜੀਆਂ ਨੇ। ਉਹਨਾਂ ਦੇ ਨਾਲ ਹਰੇਕ ਸ਼ਲੋਕ ਤੋਂ ਪਹਿਲਾਂ, ਪੌੜੀ ਤੋਂ ਪਹਿਲਾਂ ਛੰਤ ਪੜਿਆ ਜਾਂਦਾ ਹੈ। ਤੇ ਸਤਿਗੁਰਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਬਖਸ਼ਿਸ਼ ਕੀਤੀ, ਉੱਤੇ ਸਮਝਾਇਆ, ਆਖਣ ਲੱਗੇ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਿਹੜਾ ਜਿਉਂਦਿਆਂ ਜੀ ਮਰ ਜਾਂਦਾ ਹੈ, ਮਰ ਜਾਣਾ, ਜਿਉਂਦਿਆਂ ਜੀ ਮਰਨ ਵਾਲੀ ਇੱਥੇ ਕਿਹੜੀ ਗੱਲ ਹੈ? ਜਿਉਂਦਿਆਂ ਜੀ ਮਰ ਹੀ ਗਿਆ ਤੇ ਫਿਰ ਜੀਵਨ ਮੁਕਤੀ, ਭਾਵ ਇੱਥੇ ਜਿਹੜੀ ਮਰਨ ਦੀ ਗੱਲ ਕੀਤੀ ਹੈ ਨਾ, ਉਹਦਾ ਭਾਵ ਇਹ ਆਪਣੇ ਅੰਦਰੋਂ ਵਿਕਾਰਾਂ ਨੂੰ ਮਾਰ ਲੈਣਾ, ਉਹਨਾਂ ਤੇ ਕੰਟਰੋਲ ਕਰ ਲੈਣਾ, ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਣਾ। ਇਹ ਹੈ ਅਸਲ ਵਿੱਚ ਮੁਕਤੀ। ਨਹੀਂ ਤੇ ਬਾਕੀ ਐਸਾ ਨਾ ਸੋਚਿਓ ਕਿਤੇ ਕੋਈ ਫਲਾਣੀ ਜਗ੍ਹਾ ਜਿਹੜੀ ਇਹ ਬੜੀ ਪਵਿੱਤਰ ਹੈ, ਉੱਥੇ ਜੇ ਕੋਈ ਪਾਪੀ ਮਨੁੱਖ ਸਾਰੀ ਉਮਰ ਕੁਕਰਮ ਕਰਦਾ ਰਿਹਾ ਕਿ ਮੈਂ ਉੱਥੇ ਮਰ ਗਿਆ ਤੇ ਜਾ ਕੇ ਮੁਕਤ ਹੋ ਜਾਵਾਂਗਾ। ਬਿਲਕੁਲ ਨਹੀਂ ਜੇ ਹੋਣਾ। ਭਗਤ ਕਬੀਰ ਜੀ ਦੀ ਬਾਣੀ ਜੇ ਤੁਸੀਂ ਧਿਆਨ ਨਾਲ ਕਿਤੇ ਪੜ੍ਹਦੇ ਹੋ, ਐਸੇ ਸ਼ਬਦ ਆਉਂਦੇ ਨੇ। ਭਗਤ ਕਬੀਰ ਜੀ ਨੇ ਸਾਰੀ ਉਮਰ ਬਨਾਰਸ ਵਿੱਚ ਗੁਜ਼ਾਰੀ। ਬਨਾਰਸ ਵਿੱਚ ਗੁਜ਼ਾਰਨ ਤੋਂ ਬਾਅਦ ਜਦੋਂ ਇਹਨਾਂ ਦਾ ਅਖੀਰਲਾ ਸਮਾਂ ਆਇਆ ਨਾ, ਪਤਾ ਲੱਗ ਗਿਆ, ਤੇ ਲੋਕਾਂ ਦੀ ਵਿਚਾਰਧਾਰਾ ਇਹ ਸੀ, ਜਿਹੜਾ ਬਨਾਰਸ ਵਿੱਚ ਉਹਨੂੰ ਕਾਸ਼ੀ ਵੀ ਕਹਿੰਦੇ ਨੇ, ਜਿਹੜਾ ਇੱਥੇ ਪ੍ਰਾਣ ਤਿਆਗੇਗਾ ਉਹਨੂੰ ਤੇ ਕੁਝ ਕਰਨ ਦੀ ਲੋੜ ਹੀ ਕੋਈ ਨਹੀਂ, ਸਿੱਧਾ ਮੁਕਤ ਹੀ ਮੁਕਤ ਹੈ। ਭਗਤ ਕਬੀਰ ਜੀ ਆਖਣ ਲੱਗੇ ਮੈਂ ਲੋਕਾਂ ਦੇ ਇਸ ਵਿਸ਼ਵਾਸ ਦਾ ਖੰਡਨ ਕਰਨਾ ਹੈ ਤੇ ਕਰਨਾ ਵੀ ਇਸੇ ਤਰ੍ਹਾਂ, ਇੱਥੋਂ ਚਲੇ ਜਾਣਾ ਛੱਡ ਕੇ। ਇਹਨੂੰ ਦੱਸਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਕਿ ਮਰਨ ਤੋਂ ਬਾਅਦ ਮੁਕਤੀ ਜਿਹੜੇ ਭਗਤ ਨੇ, ਸੇਵਕ ਨੇ, ਉਹਨਾਂ ਨੂੰ ਨਹੀਂ ਚਾਹੀਦੀ, ਤੇ ਨਾ ਹੀ ਕਿਸੇ ਥਾਂ ਦੇ ਉੱਤੇ ਕੋਈ ਐਸਾ, ਭਾਵੇਂ ਕਿਸੇ ਨੇ ਪਵਿੱਤਰ ਜਗ੍ਹਾ ਸਮਝੀ ਹੋਵੇ ਵੀ ਉੱਥੇ ਮਰਨ ਤੋਂ ਬਾਅਦ ਕੋਈ ਬੰਦਾ ਮੁਕਤ ਹੋ ਜਾਏਗਾ। ਭਗਤ ਕਬੀਰ ਜੀ ਕਾਸ਼ੀ ਬਨਾਰਸ ਨੂੰ ਛੱਡ ਕੇ
ਜਦੋਂ ਆਪਾਂ ਲਖਨਊ ਤੋਂ ਗੋਰਖਪੁਰ ਜਾਂਦੇ ਆ ਨਾ ਟ੍ਰੇਨ ਤੇ ਉੱਤੇ, ਰਸਤੇ ਵਿੱਚ ਇੱਕ ਸਟੇਸ਼ਨ ਆਉਂਦਾ ਮਗਹਰ, ਉਹਨੂੰ ਕਹਿੰਦੇ ਨੇ। ਹੜੰਬਾ ਵੀ ਆਇਆ, ਭਗਤ ਕਬੀਰ ਨੇ ਹੜੰਬਾ ਸ਼ਬਦ ਵੀ ਵਰਤਿਆ ਤੇ ਮਗਹਰ ਵੀ ਵਰਤਿਆ। ਜੈਸਾ ਮਗਹਰ ਤੈਸੀ ਕਾਸ਼ੀ ਹਮ ਏਕੈ ਕਰ ਜਾਨੀ। ਭਗਤ ਕਬੀਰ ਦੇ ਬਚਨ ਨੇ। ਕਹਿੰਦੇ ਨੇ ਮੇਰੇ ਵਾਸਤੇ ਕਾਸ਼ੀ ਤੇ ਮਗਹਰ ਵਿੱਚ ਕੋਈ ਫਰਕ ਨਹੀਂ ਹੈ। ਲੋਕੀ ਸਮਝਦੇ ਨੇ ਵੀ ਇੱਥੇ ਜਿਹੜਾ ਪ੍ਰਾਣ ਤਿਆਗੇਗਾ, ਤੇ ਐਸਾ ਸੀ ਨਾ, ਉੱਥੇ ਕਰਵੱਤਰ ਆਰਾ ਸੀ ਜਿਹਦੇ ਨਾਲ ਲੋਕੀ ਸਭ ਕੁਝ ਦਾਨ ਕਰਕੇ ਪੰਡਤ ਨੂੰ ਫਿਰ ਆਪਣਾ ਆਪ ਚਰਵਾ ਕੇ, ਪੰਡਤ ਨੇ ਚੰਗਾ ਉਹਨੂੰ ਲਾਲਚ ਦਿੱਤਾ ਸੀ, ਤੁਸੀਂ ਅੱਗੇ ਜਾਓਗੇ ਮੁਕਤ ਹੋ ਜਾਓਗੇ, ਸਵਰਗ ਮਿਲੇਗਾ ਤੁਹਾਨੂੰ, ਇਹ ਕੁਝ ਪ੍ਰਾਪਤ ਹੋਵੇਗਾ, ਸਭ ਕੁਝ ਮੈਨੂੰ ਦਾਨ ਕਰ ਦਿਓ। ਤੇ ਬੰਦਾ ਸਵਰਗ ਪਿੱਛੇ, ਮੁਕਤੀ ਪਿੱਛੇ ਸਭ ਕੁਝ ਕਰਨ ਨੂੰ ਤਿਆਰ ਸੀ। ਸਤਿਗੁਰਾਂ ਨੇ ਇਸ ਮੁਕਤੀ ਨੂੰ ਪ੍ਰਵਾਨਿਆ ਨਹੀਂ, ਭਗਤਾਂ ਨੇ ਨਹੀਂ ਪ੍ਰਵਾਨਿਆ। ਤੇ ਭਗਤ ਜੀ ਨੇ ਆਪਣਾ ਅਖੀਰਲਾ ਸਮਾਂ ਜਿਹੜਾ ਹੈ ਉਹ ਆ ਕੇ ਆਪਣੇ ਪ੍ਰਾਣ ਮਗਰ ਦੀ ਧਰਤੀ ਤੇ ਤਿਆਗੇ ਨੇ। ਕਿ ਉੱਥੇ ਇੱਕ ਬੜਾ ਕਬੀਰ ਦੇ ਨਾਂ ਦਾ ਮੱਠ ਬਣਿਆ ਹੋਇਆ, ਕਬੀਰ ਪੰਥੀ ਉੱਥੇ ਬਹੁਤ ਰਹਿੰਦੇ ਨੇ। ਇਹ ਠੀਕ, ਇਹਨਾਂ ਨੇ ਇੱਕ ਵੱਖਰਾ ਰਸਤਾ ਚੁਣ ਲਿਆ ਹੈ। ਕਿਤੇ ਭਗਤ ਸਾਹਿਬਾਨਾਂ ਦੀ ਬਾਣੀ ਕਿਤੇ ਪੜ੍ਹ ਕੇ ਵੇਖੀਏ, ਕਿਸੇ ਵੀ ਭਗਤ ਦੀ, ਭਾਵੇਂ ਉਹਦੀ ਇੱਕੋ ਹੀ ਪੰਕਤੀ ਹੈ, ਭਗਤ ਸੂਰਦਾਸ ਜੀ ਇੱਕੋ ਪੰਕਤੀ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਅੰਦਰ, ਛੋਟੀ ਜੀ ਪੰਕਤੀ, ਛਾੜ ਮਨ ਹਰ ਬਿਮੁਖਨ ਕੋ ਸੰਗ। ਵੈਸੇ 15 ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਦੀ ਹੈ, ਦੂਜੇ ਨੰਬਰ ਤੇ ਭਗਤ ਨਾਮਦੇਵ ਜੀ ਨੇ, ਤੀਜੇ ਤੇ ਭਗਤ ਰਵਿਦਾਸ ਜੀ ਨੇ। ਉਸ ਤੋਂ ਬਾਅਦ ਬਾਕੀ ਭਗਤਾਂ ਦੇ 4 ਸ਼ਬਦ ਨੇ, ਕਿਤੇ 2 ਸ਼ਬਦ ਨੇ ਵੱਖ-ਵੱਖ। ਭਗਤ ਕਬੀਰ ਜੀ ਨੇ ਉਸ ਵੇਲੇ ਆਪਣੇ ਪ੍ਰਾਣ ਇੱਥੇ ਆ ਕੇ ਤਿਆਗੇ, ਤੇ ਲੋਕਾਂ ਦੇ ਮਨ ਵਿੱਚੋਂ, ਸਾਰੇ ਲੋਕਾਂ ਨੇ ਭਾਵੇਂ ਕਿਹਾ, ਕਹਿੰਦੇ ਨੇ ਵੇਖੋ ਸਾਰੀ ਉਮਰ ਤੇ ਇਹਨੇ ਕਾਸ਼ੀ ਦੀ ਧਰਤੀ ਤੇ ਗੁਜ਼ਾਰ ਦਿੱਤੀ, ਤੇ ਮਰਨ ਭਇਆ ਮਗਹਰ ਕੀ ਬਾਸੀ। ਜਦੋਂ ਮਰਨ ਦਾ ਵੇਲਾ ਆਇਆ ਏ ਤੇ ਇਹ ਆ ਕੇ ਮਗਰ ਦੀ ਧਰਤੀ ਤੇ ਆ ਗਿਆ ਹੈ। ਪਰ ਭਗਤ ਜੀ ਨੇ ਲੋਕਾਂ ਦੇ ਇਸ ਵਹਿਮ ਭਰਮ, ਕਿਉਂਕਿ ਭਗਤ ਸਾਹਿਬਾਨ, ਗੁਰੂ ਸਾਹਿਬਾਨ ਇਸੇ ਵਾਸਤੇ ਤੇ ਆਏ ਸਨ ਤਾਂ ਕਿ ਲੋਕਾਂ ਦੇ ਅੰਦਰੋਂ ਇਹ ਜੋ ਡਰ ਭਾਵਨਾ ਬਣੀ ਹੋਈ ਸੀ ਨਾ, ਜਾਂ ਜੋ ਲਾਲਸਾ ਸੀ ਮੁਕਤੀ ਦੀ, ਸਵਰਗ ਦੀ, ਮਰਨ ਤੋਂ ਬਾਅਦ, ਇਹਨੂੰ ਖਤਮ ਕਰਨ ਵਾਸਤੇ ਤੇ ਆਏ। ਤੇ ਜੇ ਅੱਜ ਵੀ ਅਸੀਂ ਵੀ ਉਹੀ ਮੁਕਤੀ ਦੇ ਚੱਕਰਾਂ ਵਿੱਚ ਪਏ ਹੋਏ ਹਾਂ, ਜੇ ਅੱਜ ਫੇਰ ਅਸੀਂ ਉਹੀ ਨਰਕਾਂ ਤੇ ਦਾ ਡਰ ਸਾਡੇ ਮਨਾਂ ਵਿੱਚ ਬਣਿਆ ਹੋਇਆ ਹੈ। ਭਗਤ ਕਬੀਰ ਜੀ ਦੇ ਪਾਵਨ ਸ਼ਲੋਕ ਕਿਤੇ ਪੜ੍ਹ ਕੇ ਵੇਖੋ। ਜੇ ਆਪਾਂ ਕਹੀਏ ਬਈ ਸਵਰਗ ਜਿਹੜਾ ਕੋਈ ਬੜੀ ਚੰਗੀ ਚੀਜ਼ ਹੁੰਦੀ, ਚਲੋ ਨਰਕ ਤੇ ਆਪਾਂ ਮੰਨਦੇ ਆ ਨਾ ਵੀ ਨਰਕ ਜਿਹੜਾ ਮਾੜਾ ਮੰਨਿਆ ਜਾਂਦਾ ਹੈ, ਜੋ ਨਰਕਾਂ ਦਾ ਨਕਸ਼ਾ ਪੇਸ਼ ਕੀਤਾ ਧਾਰਮਿਕ ਗ੍ਰੰਥਾਂ ਨੇ, ਉੱਥੇ ਕੋਈ ਕੀ ਕੁਝ ਹੁੰਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਸਵਰਗ ਤੋਂ ਵੀ ਬਚ ਗਿਆ। ਚਲੋ ਨਰਕਾਂ ਤੋਂ ਤੇ ਕੋਈ ਬਚ ਜਾਏ ਵੱਖਰੀ, ਆਖੇ ਚਲੋ ਸ਼ੁਕਰ ਹੈ ਬਚ ਗਿਆ, ਸੁਰਗ ਤੋਂ ਵੀ ਬਚ ਜਾਣਾ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਆਖ ਲਗੇ ਮੈਂ ਸੁਰਗਾਂ ਦੀ ਲਾਲਸਾ ਕੋਈ ਨਹੀਂ ਤੇ ਨਰਕਾਂ ਦਾ ਡਰ ਵੀ ਕੋਈ ਨਹੀਂ ਮੈਨੂੰ। ਜਿਨ੍ਹਾਂ ਨਰਕਾਂ ਦਾ ਡਰ ਇਹ ਬਨਾਰਸ ਕੇ ਠੱਗ ਲੋਕਾਂ ਨੂੰ ਪਾ ਰਹੇ ਨਾ, ਲੋਕ ਲੁਕਾਈ ਨੂੰ ਲੁੱਟਦੇ ਪਏ ਨੇ। ਅੱਜ ਵੀ ਗੁਰੂ ਕੇ ਪਿਆਰ ਵਾਲਿਓ ਕੋਈ ਜੋਤ ਵਿਖਾ ਕੇ ਲੁੱਟਣ ਦਾ ਯਤਨ ਕਰਦਾ ਪਿਆ, ਕੋਈ ਕਿਸੇ ਢੰਗ ਦੇ ਨਾਲ ਗੁੰਮਰਾਹ ਕਰ ਰਿਹਾ ਸਾਨੂੰ। ਅਸੀਂ ਗੁੰਮਰਾਹ ਨਹੀਂ, ਗੁੰਮਰਾਹ ਉਹ ਕਦੀ ਹੋ ਹੀ ਨਹੀਂ ਸਕਦਾ ਜਿਨਨੇ ਸ਼ਬਦ ਗੁਰੂ ਦਾ ਲੜ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਉਹ ਗੁੰਮਰਾਹ ਕਿਵੇਂ ਹੋਵੇਗਾ? ਉਹ ਗੁਰੂ ਦਾ ਪੱਲਾ ਕਿਵੇਂ ਛੱਡੇਗਾ? ਕਿਵੇਂ ਦੂਜੇ ਪਾਸੇ ਜਾਏਗਾ? ਕਹਿੰਦੇ ਨੇ ਮੈਨੂੰ ਨਾ ਸੁਰਗਾਂ ਦਾ ਡਰ ਲਾਲਸਾ ਤੇ ਨਾ ਨਰਕਾਂ ਦਾ ਡਰ ਹੈ। ਮੈਂ ਤੇ ਪ੍ਰਮਾਤਮਾ ਦੇ ਚਰਨ ਕਮਲ ਕੀ ਮੌਜ ਮੈਂ, ਉਹਦੀ ਮੌਜ ਵਿੱਚ ਰਹਿਣਾ, ਉਹਦੇ ਪਿਆਰ ਵਿੱਚ ਰਹਿਣਾ ਅੰਤ ਅਰ ਆਦ। ਫਿਰ ਅੱਗੇ ਬਖਸ਼ਿਸ਼ ਕੀਤੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਕੀ ਪ੍ਰਵਾਨ। ਕਹਿਣ ਲੱਗੇ ਇਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਇਹਦੀ ਸ਼ੋਭਾ ਕੀ ਕਰੀਏ। ਇਹ ਤੇ ਜਿਨਨੇ ਇਹਦਾ ਆਨੰਦ ਮਾਣਿਆ ਨਾ ਚਰਨ ਕਮਲ ਦੀ ਮੌਜ ਦਾ, ਇਹ ਤੇ ਉਹੀ ਦੱਸ ਸਕਦਾ ਹੈ। ਨਾਲੇ ਪੂਰਨ ਤੌਰ ਤੇ ਬਿਆਨ ਕੀਤਾ ਵੀ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੇ ਗੁੜ ਖਾਦਾ ਤੇ ਆਪਾਂ ਕਹੀਏ ਗੁੜ ਬਹੁਤ ਮਿੱਠਾ, ਅਸੀਂ ਤੇ ਕਹਿ ਸਕਦੇ ਹਾਂ। ਗੂੰਗਾ ਤੇ ਤੁਹਾਨੂੰ ਇਸ਼ਾਰੇ ਕਰਕੇ ਸਮਝਾ ਸਕਦਾ ਹੈ, ਬੋਲ ਸਕਦਾ ਹੀ ਕੋਈ ਨਹੀਂ।
इस वास्ते गुरमत दे अंदर गल चेते रखियो। एक गुरु का सिख जिदा नाम इतिहास ने भाई तिलका जी रखिया है। गुरु अर्जन साहब पिता जी तो सिੱਖੀ की दात प्राप्त की ते गढ़ शंकर शहर है ना, चंडीगढ़ तो वाया रोपड़ होके जदों तुसीं हुशियारपुर नूं जाओ ना तो रस्ते विच गढ़ शंकर रोपड़ तो 50 किलोमीटर की दूर ते आउंदा है। उत्थे मेन शहर बाजार दे विच खब्बे हत्थ जांदे हुशियारपुर नूं भाई तिलका जी दे नाम दा गुरुद्वारा बनया होया है। भाई तिलका जी उन्होंने धन गुरु गुरु अर्जन दे पिता जी कोलों सिੱਖੀ की दात प्राप्त की ते प्रचार करन इस इलाके विच आ गए। ते जदों उत्थे प्रचार करन लगे, गढ़ शंकर का पता इत्थों लगता है कि किसी जोगी का नाम उत्थे शंकर होना, गढ़ होना उत्थे जोगियां दा। जोगियां नूं चिंता पै गई भी जे गुरमत का प्रचार हो गया ते साडे ते हलवे मंडे जिहड़े ने बंद हो जाणगे। सी तो लोकां नूं डरा के लालच दे के बड़ा कुछ करके करदे आ। कहंदे उन्हें एक नवां शोशा छड्डिया। जदों पता लगा ने ते भाई तिलका जी आ गए ने, गुरमत का प्रचार करते ने, गुरु दे लड़ संगतां नूं लाउंदे ने। ते उन्हें एक शोशा छड्डिया, आखन लगा जेड़ा मेरे दर्शन करेगा ना, उस जोगी ने कन पाटे जोगी ने आखन लगा उन्होंने 1 साल स्वर्ग पक्का समझ लो मरण तो बाद, वो भी मरण तो बाद 1 साल। लोकां दी भीड़ उमड़ पई उधर। मैं बेनती करा, ये सब अज्ञानता करके हुंदा जे। अज भी पंजाब की धरती दे उत्ते कोई बिहार तो आके बैठा होया है, कोई कितों आके बैठा होया है, ते असी लोग गुरबाणी नालों टुटे होए आ। गुरबाणी तो ज्ञान प्राप्त होना सी, अज्ञानता वस हो के एक ने कई गल दूजे दी बस दूजे ने मान ली, दूजा गया तीजे ने मान ली। ते भगत कबीर दे बचन ने ना, कबीर जेह मार्ग पंडित गए पाछे परी बहीर, एक अवघट घाटी राम कीते चढ़ रहे हो कबीर। औखी घाटी है गुरमत वाली, इते चढ़ना फिर सदा लई टिके रहना। कई चढ़ते जाते ने फिर थल्ले डिग जाते ने। सदा लई ऐसी अवस्था बनी रहे, सदा लई गुरु की मत दे लड़ लगे रहना। गुरु के प्यार वालियो, ये ते विरलियां दे भागां विच ही गल आई है। भाई तिलका जी नूं जदों पता लगा भी सारे लोकी आए ने, भाई तिलका जी नहीं आए या होर भी कोई ऐसे उस वेले जिन्ने उन्हां दे संपर्क विच सिख वो नहीं आए, अपना कोई एजेंट भेजिया। आखन लगे जाओ, जो नहीं ना आए उन्होंने क्यों, तुहाडे वास्ते 5 साल स्वर्ग बुक है, बाकी वास्ते साल है, तुहाडे 5 साल है। फिर भी नहीं भाई साहब गए। किवें जान गुरु के प्यार वालियो? वो जिन्हां वास्ते स्वर्गी आखे कहो कबीर अब कहीए काहे, साध संगत बैकुंठ है आगे। वो इहो जिहा स्वर्ग छड्ड के होर कित्थे जाणगे? कह लगे फिर वो जोगी आप चल के आया ना, जदों भाई साहब जी दे कोल, भाई साहब नूं पता लग गया भी जोगी ते नाल लोकां दी भीड़ उमड़ी आ रही है। भाई साहब ने दरवाजे बंद कर लए, खिड़कियां बंद कर लईआं। आखन लगे इहो जे मनमुख दे मैं दर्शन भी नहीं करने, दीदार भी नहीं करने, जिहड़ा लोकाई नूं लुटदा पिया, लोकां नूं गलत रस्ते पा रहा है। जे तुसीं किसे नूं सीधे रस्ते नहीं पा सकते, घट तो घट गलत रस्ते भी ते ना पाओ। पर अज गलत रस्ते पाउण वाले बड़े जे। गुरु के प्यार वाले सुचेत रहो। कहंदे ने उन्हें आके तरला मिन्नतां कीतियां, कुंडा खोलो भाई साहब जी, जे मेरे दीदार नहीं करने, मैं दीदार दे नहीं, तुहाडे दीदार करन आया वां। मैं वेखण आया कि तुहाडा एक किहो जिहा गुरु दा सिख है जिस इन्नी परपक्ता गुरु ने भरी हुई है। जे जिहदा सिख इन्ना परपक्क है, वो गुरु आप किहो जिहा होवेगा? गुरु किन्ना परपक्क होवेगा? किरपा करो मैनू अपने भी दीदारे करवाओ, ते मैनू अपने उस गुरु दे दीदारे करन वास्ते नाल लैके चलो। उस वेले पंजवें पातशाह जी शहीद हो चुके सन शरीरक तौर पर। गुरु कदी शहीद नहीं जे हुंदा, गुरु कदी मरदा नहीं, चेते रखियो। गुरु दा शरीर 6वें पातशाह उसले गद्दी ते सन। उम्र किन्नी सी? 11 साल की उम्र च बैठे सन। ते जदों उत्थे लैके गए ते उत्थे जाके जदों मन च शंका पैदा हो गया भी छोटी जी उम्र का यह गुरु कित्थे हो सकता है। फिर सतगुरां ने कोल बुलाया, उहदा शंका दूर किया
ਤੇ ਸਤਿਗੁਰਾਂ ਨੇ ਉਹ ਸ਼ਬਦ ਜਿਹੜਾ ਹੈ ਨਾ, ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਆਖਿਆ ਜੋਗੀ ਅਸਲ ਵਿੱਚ ਕਹਿਲਾਉਣ ਦਾ ਹੱਕਦਾਰ ਕੌਣ ਹੈ? ਉਸ ਵੇਲੇ ਸ਼ੰਕਾ ਨਿਰਵਿਰਤ ਹੋਈ ਤੇ ਕਹਿੰਦੇ ਨੇ ਜੋਗ ਪੁਣਾ ਛੱਡ ਕੇ ਨਾ, ਅਸਲ ਜਿਹੜਾ ਪਖੰਡ ਵਾਲਾ ਜੋਗ ਹੈ ਉਹਨੂੰ ਛੱਡ ਕੇ, ਕਿਉਂਕਿ ਗੁਰਮਤਿ ਅਨੁਸਾਰ ਇਹ ਨਹੀਂ ਕਿ ਜੋਗ ਦਾ ਅਰਥ ਵੈਸੇ ਮਿਲਾਪ ਹੈ, ਅਸੀਂ ਗੁਰੂ ਨਾਲ ਮਿਲਣਾ ਹੈ, ਪਰਮਾਤਮਾ ਨਾਲ ਮਿਲਣਾ ਹੈ, ਪਰ ਗੁਰਮਤਿ ਇਹ ਕਹਿੰਦੀ ਹੈ ਜੋਗ ਨਾ ਭਗਮੀ ਕੱਪਣੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਭਗਵਿਆਂ ਕੱਪੜਿਆਂ ਵਿੱਚ ਜੋਗ ਨਹੀਂ, ਸਰੀਰ ਉੱਤੇ ਸਵਾ ਮਲਣ ਨਾਲ ਜੋਗ ਨਹੀਂ, ਕੇਸਾਂ ਦੀਆਂ ਜਟਾਵਾਂ ਬਣਾ ਲੈਣ ਨਾਲ ਜੋਗ ਨਹੀਂ। ਜੋਗ ਤੇ ਸਤਿਗੁਰ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਣਾ ਹੈ। ਤੇ ਕਹਿੰਦੇ ਨੇ ਗੁਰੂ ਘਰ ਦਾ ਉਹ ਪ੍ਰਚਾਰਕ ਬਣ ਗਿਆ, ਐਨੀ ਗੁਰੂ ਦੀ ਰਹਿਮਤ ਹੋ ਗਈ। ਵੇਖੋ ਐਸੇ ਦ੍ਰਿੜਤਾ ਵਾਲੇ ਜਿਨ੍ਹਾਂ ਦਾ ਗੁਰੂ ਘਰ ਤੇ ਇੰਨਾ ਵਿਸ਼ਵਾਸ ਅਟੁੱਟ ਬਣਿਆ ਹੋਇਆ ਏ, ਤੇ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਚ ਪਾਉਂਦੇ ਨੇ, ਤੇ ਜਦੋਂ ਇਹੋ ਜਿਹੇ ਗੁਰਸਿੱਖ ਨਾਲ ਮਿਲਾਪ ਹੁੰਦਾ ਹੈ ਨਾ, ਉਹ ਆਪ ਵੀ ਮੁਕਤ ਹੋ ਜਾਂਦੇ ਨੇ। ਅਸਲ ਮੁਕਤੀ ਤੇ ਆ ਜੇ, ਵਹਿਮਾਂ ਭਰਮਾਂ ਪਖੰਡਾਂ ਤੋਂ ਮੁਕਤ ਕਰ ਦਿੱਤਾ। ਅਸੀਂ ਵੀ ਗੁਰੂ ਕੇ ਪਿਆਰ ਵਾਲਿਓ ਐਸੀ ਮੁਕਤੀ ਸਾਨੂੰ ਚਾਹੀਦੀ ਹੈ। ਬਾਕੀ ਨਰਕ ਦੀ ਗੱਲ ਕਈ ਵਾਰੀ ਅਸੀਂ ਆਮ ਕਹਿ ਦਿੰਦੇ ਹਾਂ। ਕੋਈ ਬੰਦਾ ਜੇ ਆਰਥਿਕ ਪੱਖ ਤੋਂ ਬੜਾ ਕਮਜ਼ੋਰ ਹੋਵੇ ਸੰਸਾਰ ਵਿੱਚ, ਕਹਿੰਦੇ ਆ ਤੇ ਇੱਥੇ ਜਿਉਂਦਿਆਂ ਜੀ ਨਰਕ ਭੋਗਦਾ ਪਿਆ। ਨਹੀਂ, ਗੁਰੂ ਕੇ ਆਰਥਿਕ ਪੱਖ ਨੂੰ ਨਰਕ ਨਹੀਂ ਕਿਹਾ ਜਾ ਸਕਦਾ, ਇਸ ਗਰੀਬੀ ਨੂੰ ਨਰਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮੇਰੇ ਗੁਰੂ ਸਾਹਿਬ ਦਾ ਫੈਸਲਾ ਹੈ, ਮੇਰਾ ਨਹੀਂ। ਸਤਿਗੁਰ ਤੇ ਕਹਿੰਦੇ ਨੇ ਆਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਡਪਨਾ ਮਾਇਆ ਲਪਟਾਏ। ਕਹਿੰਦੇ ਨੇ ਇਹੋ ਜੀ ਗਰੀਬੀ ਤੇ ਮੁਬਾਰਕ ਹੈ ਜਿਹਦੇ ਵਿੱਚ ਜੀਵਨ ਦਾ ਆਨੰਦ ਬਣਿਆ ਰਵੇ, ਸਾਧ ਸੰਗਤ ਕਰਕੇ ਪ੍ਰਭੂ ਨਾਮ ਚਿਤ ਆਵੇ। ਐਸੇ ਬਡੱਪਨ ਨੂੰ ਜਲ ਜਾਏ, ਉਹਨੂੰ ਅੱਗ ਲੱਗ ਜਾਏ ਜਿਹੜਾ ਮਾਇਆ ਵਾਲੇ ਪਾਸੇ ਖਿੱਚਦਾ ਹੈ। ਤੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਦੀ ਜੈਤਸਰੀ ਕੀ ਵਾਰ ਤੁਸੀਂ ਪੜ੍ਹਦੇ ਹੋ, 2 ਪੌੜੀਆਂ ਨੇ ਇਕੱਠੀਆਂ ਹੀ, ਇੱਕ ਪਹਿਲਾਂ ਪੌੜੀ ਹੈ, ਦੂਜੀ ਪੌੜੀ ਫਿਰ ਆਉਂਦੀ ਹੈ। ਇੱਕ ਪੌੜੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ ਉਹਨਾਂ ਦਾ ਜਿਨ੍ਹਾਂ ਕੋਲ ਸੰਸਾਰਕ ਪਦਾਰਥਾਂ ਦੀ ਥੁੜ ਨਹੀਂ, ਤੇ ਦੂਜੀ ਪੌੜੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਹਦੇ ਪੱਲੇ ਕੁਝ ਵੀ ਨਾ ਹੋਵੇ, ਦੁਨਿਆਵੀ ਤੌਰ ਤੇ ਬਿਲਕੁਲ ਜਿਹਨੂੰ ਆਪਾਂ ਭੁੱਖਾ ਨੰਗਾ ਕਹਿ ਦਿੰਦੇ ਹਾਂ। ਪਹਿਲੇ ਦਾ ਜ਼ਿਕਰ ਕੀਤਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ। ਸੁੰਦਰ ਸੇਜ ਹੋਵੇ, ਸਾਰੇ ਸੁੱਖ ਹੋਣ, ਭੋਗਣ ਲਈ ਪਦਾਰਥ ਰਸ ਵੀ ਹੋਣ। ਫਿਰ ਆਖਿਆ ਗ੍ਰੇ ਸੋਇਨ ਚੰਦਨ ਸੁਗੰਧ ਲਾਏ, ਮੋਤੀ ਹੀਰੇ ਘਰ ਸੋਨੇ ਨਾਲ ਜੜਿਆ ਹੋਵੇ, ਮੋਤੀ ਹੀਰਿਆਂ ਨਾਲ ਜੜਿਆ ਹੋਵੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਮਨ ਇੱਛਤ ਸੁਖ ਮਾਣਦਾ ਹੋਵੇ, ਕੋਈ ਕਿਸੇ ਚੀਜ਼ ਦੀ ਚਿੰਤਾ ਨਾ ਹੋਵੇ। ਕਿਛ ਨਾਹੀਂ ਵਿਸੂਰੇ, ਪਰ ਅੱਗੇ ਸੋ ਪ੍ਰਭ ਚਿਤ ਨਾ ਆਵਈ, ਵਿਸ਼ਟਾ ਕੇ ਕੀਰੇ। ਪ੍ਰਭੂ ਚੇਤੇ ਨਹੀਂ ਤੇ ਗੰਦਗੀ ਵਿੱਚ ਜਿਵੇਂ ਕੀੜਾ ਬੜਾ ਆਨੰਦ ਭੋਗਦਾ ਹੈ ਨਾ, ਉਸੇ ਤਰ੍ਹਾਂ ਹੀ ਇਹ ਵੀ ਇਸੇ ਤਰ੍ਹਾਂ ਹੀ ਹੈ। ਬਿਨ ਘਰ ਨਾਮ ਨਾ ਸ਼ਾਂਤ ਹੋਏ, ਕਿਤ ਵਿਦ ਮਨ ਧੀਰੇ। ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਸ਼ਾਂਤੀ ਕਿੱਥੇ, ਮਨ ਕਿਵੇਂ ਧੀਰਜ ਰੱਖੇ। ਦੇ ਦੂਜੀ ਪੌੜੀ ਜੇ ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। ਟੁੱਟੀ ਫੁੱਟੀ ਝੋਪੜੀ ਵਿੱਚ ਰਹਿੰਦਾ ਹੋਵੇ, ਤਨ ਤੇ ਕੱਪੜੇ ਵੀ ਪਾਏ ਹੋਣ, ਬਿਲਕੁਲ ਛਿਜੇ ਹੋਣ, ਫਟੇ ਪੁਰਾਣੇ ਹੋਣ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕੋਈ ਚੰਗੀ ਜਾਤ ਨਾ ਹੋਵੇ, ਕੁਲ ਨਾ ਹੋਵੇ, ਕੋਈ ਸਤਕਾਰ ਨਾ ਕਰਦਾ ਹੋਵੇ, ਭਟਕਦਾ ਹੋਵੇ ਐਵੇਂ। ਮਿੱਤਰ ਨਾ ਇਠ ਤਨ ਸਾਕਹੀਨ, ਮਿੱਤਰ ਨਾ ਇਠ ਤਨ ਰੂਪਹੀਨ, ਕਿ ਸਾਕ ਨਾ ਸਿੰਨਾ। ਨਾ ਕੋਈ ਉਹਦਾ ਮਿੱਤਰ ਹੋਵੇ, ਨਾ ਕੋਈ ਪਿਆਰਾ ਹੋਵੇ, ਨਾ ਕੋਈ ਸਾਕ ਸੰਬੰਧੀ ਹੋਣ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜੇ ਉਹਦਾ ਨਾਮ ਦੇ ਵਿੱਚ ਮਨ ਭਿੱਜਿਆ ਹੋਇਆ ਹੈ। ਤੇ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਨੇ ਨਾ, ਗੁਰੂ ਕੇ ਪਿਆਰ ਵਾਲਿਓ, ਅਜੇ ਮੇਰੀ ਕੋਈ ਕਹੀ ਦੁਨਿਆਵੀ ਗੱਲ ਝੂਠੀ ਤੁਸੀਂ ਕਹਿ ਸਕਦੇ ਹੋ, ਪਰ ਜੋ ਸਤਿਗੁਰੂ ਨੇ ਬਚਨ ਕਹਿ ਦਿੱਤੇ ਨਾ,
ਉਹ ਤੇ ਸਤ ਜੇ। ਇਹ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਗੁਰੂ ਕੇ ਪਿਆਰ ਵਾਲੇ ਗੁਰਬਾਣੀ ਤੇ ਕੋਈ ਕਿੰਤੂ ਪਰੰਤੂ ਨਹੀਂ ਆਪਾਂ ਕਰ ਸਕਦੇ। ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹੋ ਜਿਹੇ ਬੰਦਿਆਂ ਦੀ ਧੂੜ ਵੀ ਕਿਤੇ ਮਿਲ ਜਾਏ ਨਾ, ਸੰਗਤ ਕਰਨ ਨੂੰ ਮਿਲ ਜਾਏ ਨਾ, ਕਹਿੰਦੇ ਨੇ ਉਧਾਰ ਹੋ ਸਕਦਾ ਹੈ। ਦੋਨੋਂ ਵੇਖ ਲਓ, ਕਿਹੜਾ ਕਿਹਨੂੰ ਨਰਕ ਆਪਾਂ ਆਖਾਂਗੇ ਨਰਕ ਭੋਗ ਰਿਹਾ ਤੇ ਕਿਹਨੂੰ ਆਖਾਂਗੇ ਸਵਰਗ ਭੋਗ ਰਿਹਾ। ਗੁਰਬਾਣੀ ਦੇ ਚਾਨਣ ਵਿੱਚ ਆਪਾਂ ਪਹਿਲੇ ਸ਼ੁਰੂਆਤ ਕੀਤੀ ਸੀ, ਗੁਰਬਾਣੀ ਕੀ ਕਹਿੰਦੀ ਹੈ। ਤੇ ਸਤਿਗੁਰਾਂ ਨੇ ਜੋ ਪਹਿਲੀ ਬਖਸ਼ਿਸ਼ ਕੀਤੀ ਹੈ ਨਾ, ਪਹਿਲੇ ਸਵਾਲ ਰੱਖੇ ਨੇ 6ਵੇਂ ਪਦੇ ਵਿੱਚ ਤੇ 7ਵੇਂ ਪਦੇ ਵਿੱਚ ਬਖਸ਼ਿਸ਼ ਕੀਤੀ। ਆਖਣ ਲੱਗੇ ਹੁਕਮੇ ਮੁਕਤੀ ਹੁਕਮੇ ਨਰਕਾ। ਉਹਦੇ ਹੁਕਮ ਦੇ ਵਿੱਚ ਹੀ ਮਾਲਕ ਨੇ ਜਿਹਦੇ ਕੋਲੋਂ ਚੰਗੇ ਕਰਮ ਕਰਵਾਏ ਨੇ, ਜਿਹਦੇ ਚੰਗੇ ਸੰਸਕਾਰ ਬਣ ਚੁੱਕੇ ਨੇ, ਕਹਿੰਦੇ ਨੇ ਉਹ ਮੁਕਤ ਹੈ, ਹੁਕਮੇ ਮੁਕਤ ਹੈ। ਉਹ ਮੁਕਤੀ ਦਾ ਹੱਕਦਾਰ ਹੈ, ਆਮ ਬੰਦਾ ਨਹੀਂ। ਧੰਨ ਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਇਹ ਕਹਿੰਦਾ ਹੈ, ਮੇਰੇ ਸਾਹਿਬ ਹਉ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਈ ਗਾਵਾਂ ਅਵਰ ਨਾ ਜਾਣਾ ਬਾਣੀ। ਕਈ ਵਾਰੀ ਨਾ ਅਸੀਂ ਇਹਨੂੰ ਬਾਣੀ ਨਾਲ ਜੋੜ ਲੈਂਦੇ ਹਾਂ ਵੀ ਜਿਹੜੇ ਅੱਖਰ ਲਿਖੇ ਨੇ ਮੈਂ ਉਹੀ ਗਾਉਂਦਾ ਵਾਂ, ਹੋਰ ਆਪਣੇ ਕੋਲੋਂ ਬਾਣੀ ਮੈਂ ਕੋਈ ਗੱਲ ਨਹੀਂ। ਇੱਥਾ ਭਾਵ ਇੱਥੇ ਇਹ ਨਹੀਂ ਹੈ, ਕਿਉਂਕਿ ਪਹਿਲੀ ਪੰਕਤੀ ਹੈ ਮੇਰੇ ਸਾਹਿਬ ਜੀ ਮੈਂ ਆਪਣੀਆਂ ਕਰਤੂਤਾਂ ਕਰਕੇ ਆਪਣੇ ਕਰਮਾਂ ਕਰਕੇ ਭਰਮ ਵਿੱਚ ਭੁੱਲੀ ਫਿਰਦੀ ਹਾਂ, ਤੇ ਜਿਹੜੇ ਮੈਂ ਕਰਮ ਕੀਤੇ ਨੇ ਨਾ ਉਹ ਮੇਰੇ ਸੰਸਕਾਰ ਬਣ ਚੁੱਕੇ ਨੇ। ਅੱਖਰ ਲਿਖੇ ਉਹ ਲਿਖੇ ਗਏ ਨੇ ਮੇਰੇ ਵਿੱਚ ਸੰਸਕਾਰ, ਸੇਈ ਗਾਵਾਂ ਉਸੇ ਅਨੁਸਾਰ ਮੈਂ ਆਪਣਾ ਜੀਵਨ ਬਤੀਤ ਕਰਦੀ ਹਾਂ। ਅਵਰ ਨਾ ਜਾਣਾ ਬਾਣੀ। ਇੱਥੇ ਬਾਣੀ ਦਾ ਅਰਥ ਜੇ ਬਨਾਵਟ, ਜਪ ਬਾਣੀ ਅੰਦਰ ਵੀ ਪੜ੍ਹਦੇ ਹੋ ਨਾ, ਕਰਮ ਖੰਡ ਕੀ ਬਾਣੀ ਜ਼ੋਰ। ਬਖਸ਼ਿਸ਼ ਵਾਲਾ ਜਿਹੜਾ ਖੰਡ ਹੈ ਨਾ, ਜਦੋਂ ਇਹਦੇ ਵਿੱਚ ਮਨੁੱਖ ਪਹੁੰਚਦਾ ਇਹਦੇ ਜੀਵਨ ਦੀ ਬਨਾਵਟ ਬੜੀ ਜ਼ੋਰ ਵਾਲੀ ਹੋ ਜਾਂਦੀ ਹੈ। ਭਾਵ ਆਤਮਿਕ ਪੱਖ ਤੋਂ ਬੜਾ ਜ਼ੋਰ ਵਾਲਾ ਹੋ ਜਾਂਦਾ ਹੈ। ਫਿਰ ਸ਼ਰਮ ਖੰਡ ਕੀ ਬਾਣੀ ਰੂਪ, ਇਹ ਵੀ ਆਪਾਂ ਪੜ੍ਹਦੇ ਹਾਂ। ਸ਼ਰਮ ਖੰਡ ਵਿੱਚ ਜਦੋਂ ਪਹੁੰਚਦਾ ਹੈ ਉਹਦੀ ਬਨਾਵਟ ਕਿਹੜੀ ਹੁੰਦੀ ਹੈ। ਇੱਥੇ ਵੀ ਬਾਣੀ ਦਾ ਅਰਥ ਹੈ ਬਨਾਵਟ। ਪ੍ਰਮਾਤਮਾ ਇਹ ਤੇਰੇ ਸਾਰੇ ਹੁਕਮ ਦੀ ਖੇਡ ਹੈ, ਤੇਰੇ ਹੁਕਮ ਦੇ ਵਿੱਚ ਜਿਹੜੇ ਚੱਲਦੇ ਨੇ ਉਹ ਮੁਕਤ ਹੋ ਜਾਂਦੇ ਨੇ। ਭਾਵ ਤੇ ਪ੍ਰਮਾਤਮਾ ਨੂੰ ਚੰਗੇ ਵੀ ਤੇ ਉਹੀ ਲੱਗਦੇ ਨੇ ਨਾ, ਸਤਿਗੁਰੂ ਨੂੰ ਚੰਗੇ ਵੀ ਤੇ ਉਹੀ ਲੱਗਦੇ ਨੇ ਨਾ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ। ਪਰ ਬਾਕੀ ਮੇਰੇ ਸਤਿਗੁਰੂ ਦੀ ਅਵਸਥਾ ਜਿਹੜੀ ਹੈ, ਗੁਰਦੇਵ ਪਿਤਾ ਦੀ ਅਵਸਥਾ ਨੂੰ ਆਪਾਂ ਕੀ ਬਿਆਨ ਕਰ ਸਕਦੇ ਹਾਂ। ਸਤਿਗੁਰੂ ਜਦੋਂ ਵੇਖਦੇ ਨੇ ਸਾਰੇ ਸੰਸਾਰ ਵਿੱਚ ਕੋਈ ਬਿਲਕੁਲ ਮੁਕਤ ਹੈ, ਕੋਈ ਨਰਕ ਜਿਉਂਦਿਆਂ ਜੀ ਭੋਗਦਾ ਪਿਆ ਏ, ਤੇ ਕਹਿੰਦੇ ਨੇ ਇਹਦੇ ਕਰਮਾਂ ਕਰਕੇ ਹੀ ਏ, ਇਹਦੇ ਕਰਮ ਕਰਕੇ ਹੀ ਪਰਮਾਤਮਾ ਦਾ ਹੁਕਮ ਇੱਥੇ ਲਾਗੂ ਹੋ ਰਿਹਾ ਹੈ, ਆਪਣੀ ਮਰਜ਼ੀ ਨਾਲ ਨਹੀਂ ਕਰਦਾ ਪਿਆ। ਇਹ ਸਾਰੀ ਹੁਕਮ ਦੀ ਖੇਡ ਹੈ। ਤੇ ਸਤਿਗੁਰੂ ਕਿਰਪਾਲੂ ਬਖਸ਼ਿਸ਼ ਕਰਦੇ ਨੇ ਹੁਕਮੇ ਮੁਕਤੀ। ਹੁਕਮ ਦੇ ਵਿੱਚ ਹੀ ਮਨੁੱਖ ਜੀਵਨ ਮੁਕਤ ਜਿਹੜਾ ਹੈ ਉਹ ਹੋ ਸਕਦਾ ਹੈ। ਤੇ ਜੀਵਨ ਮੁਕਤ ਉਹੀ ਹੋਏਗਾ ਨਾ ਜਿਹੜਾ ਜੀਵਨ ਮੁਕਤੀ ਦਾਤੇ ਸਤਿਗੁਰੂ ਦੇ ਲੜ ਲੱਗੇਗਾ। ਗੌੜੀ ਸੁਖਮਣੀ ਬਾਣੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਘਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੋਂ ਹਟਣਾ ਹੀ ਤੇ ਮੁਕਤੀ ਹੈ, ਇਹੀ ਤੇ ਬੰਧਨ ਨੇ, ਹੋਰ ਮੁਕਤੀ ਕਿਹੜੀ ਹੈ। ਮਤਾਂ ਸੋਚੋ ਕਿਤੇ ਕੋਈ ਹੋਰ ਆਪਾਂ ਮਰਨ ਤੋਂ ਬਾਅਦ ਮੁਕਤੀ, ਪਹਿਲਾਂ ਮੈਂ ਬੇਨਤੀਆਂ ਕਰ ਚੁੱਕਾ ਵਾਂ, ਨਹੀਂ। ਜਿਉਂਦਿਆਂ ਜੀ ਜੇ ਮੁੱਕ ਚਾਹੁੰਦੇ ਹੋ ਤੇ ਮੇਰੇ ਸਤਿਗੁਰੂ ਕਿਰਪਾਲੂ ਬਖਸ਼ਿਸ਼ ਕਰ ਦਿੰਦੇ ਨੇ। ਤਾਂ ਹੀ ਤੇ ਪਾਤਸ਼ਾਹ ਜੀ ਨੇ ਆਖਿਆ ਨਾਰਾਇਣ ਨਰਪਤ ਨਮਸਕਾਰੈ। ਜਿਹੜਾ ਨਾਰਾਇਣ ਨੂੰ, ਨਰਾਂ ਦੇ ਪਤੀ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਆਪ ਮੁਕਤ ਹੈ ਤੇ ਮੈਨੂੰ ਵੀ ਤਾਰ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਮੁਕਤੀ ਦੀ ਗੱਲ ਕੀਤੀ ਨਾ, ਆਖਣ ਲੱਗੇ ਪਤਾ ਸਿੱਖ ਗੁਰੂ ਆਪਣੇ ਸਿੱਖਾਂ ਨੂੰ ਕਿਵੇਂ ਮੁਕਤੀ ਪ੍ਰਦਾਨ ਕਰਦਾ ਹੈ, ਕਿਉਂਕਿ ਆਪ ਮੁਕਤੇ ਹੈਗੇ ਨੇ ਗੁਰੂ ਸਾਹਿਬ ਜੀ, ਪਰ ਸਿੱਖਾਂ ਨੂੰ ਕਿਵੇਂ ਮੁਕਤੀ ਪ੍ਰਦਾਨ ਕਰਦੇ ਨੇ। ਇਹ ਨਹੀਂ ਕਹਿੰਦੇ ਤੂੰ ਸੰਸਾਰ ਛੱਡ ਦੇ ਕਿਤੇ ਹੋਰ ਚਲਾ ਜਾ, ਰਹਿਣਾ ਸੰਸਾਰ ਵਿੱਚ ਹੀ ਹੈ, ਇੱਥੇ ਰਹਿ ਕੇ ਮੁਕਤੀ ਪ੍ਰਾਪਤ ਕਰਨੀ ਹੈ। ਸਤਿਗੁਰ ਪੂਰੈ ਭੇਟਿਆ ਪੂਰੀ ਹੋਵੇ ਜੁਗਤ,
सतगुरु का पूरा मिलाप हो जाए, जीवन जुगती प्राप्त हो जाती है। सतगुरु ये नहीं कहते तू हस ना, तू खेड ना, तू चंगा खा ना, तू चंगा पहन ना, ना सतगुरु कहते ने हसंदे खेलंदे पहनंदे खावंदे विचे होवे मुकत। कौन कहता सिख चंगा ना पहने, चंगे कपड़े ना पहने? कौन कहता सिख चंगी खुराक ना खाए, चंगे महलों विच ना रवे? कल आप एक जिक्र किया सी, मैं सतगुरु मेरा गरीब नवाज है, पर गरीबी का इत्थे मतलब केवल तन की गरीबी नहीं, आर्थिक गरीबी नहीं, मन की गरीबी निमरता भी चाहिए है। ये भी ना कि वह अमीरां तो गुरु नफरत करता है ना, जिन्होंने रब ने माया बहुत दी है, माया धारी भी ने पर नाल अमृत धारी भी ने, नाम धारी भी ने, उन्होंने ते बड़ी बख्शिश है। हाँ जे माया धारी अत अन्ना बोला है तो फिर तो मुक्ति नहीं पा सकेगा ना, अन्ना ही हो गया जेड़ा, बोला ही हो गया जेड़ा। ते भाई साहब भाई गुरदास जी ने भी आखन लगे सतगुरु किवें मुक्ति प्रदान करते हैं। जिवें कोई गवाला अपनियां गौवां नूं घर तो खोल के चारन वास्ते लै जांदा है बाहर, रस्ते दे आले दुआले फसलां भी ने लोकां दियां, बाकी होर कुछ बड़ा जांदा खुले थां ते उत्थे भी आले दुआले लोकां दियां फसलां ने, बड़ा सुचेत होके गौवां नूं चरांदा है, रजा के घर ले आउंदा है। जैसे गुआर गायन चरावत जतन बन, खेत ना परत सबे चरत अघाए कह। किसी का नुकसान नहीं करन देंदा, ग्वाला नाल जो होया ना, सिखा जे तेरे नाल गुरु हमेशा होवेगा, चेते रखी जिथे मर्जी जाई तू जिथे भी जाएगा मुक्ति तेरे नाल जाएगी, तू मुक्त होवेगा, जंजालां विच नहीं फस सकेगा। गुरु नाल होवे सही, गुरु मेरे संग सदा के नाले, केवल पढ़न तक ही नहीं। ते फिर भाई साहब जी आखन लगे जैसे राजा धर्म स्वरूप राजनीत बिखै, ताके देश प्रजा बसत सुख पाए कह। राजा धर्मी होवे पहला, राजनीति दूजे नंबर ते होवे। अज साडा सिखां दा की हाल होया फिरदा है, धर्म दे उत्ते राजनीति दा कुंडा आ गया है, राजनीति उत्ते धर्म दा कुंडा, चाहे उल्टी खेड वापर गई। राजनीति भी कई विद्वानां ने कहा राजनीति जुत्ती है, जुत्ती जिहड़ी आपां कंडियां तो बचन वास्ते, गर्मी तो बचन वास्ते, गंदी थां तो बचन वास्ते पाने आ ना, ते दस्तार साडे सिर दा साज है, ये ताज है साडे सिर दा, धर्म है दस्तार, धर्म ते राजनीति। असीं जदों गुरुद्वारे आउंदे जुत्ती बाहर ही खुल के आने, अंदर कोई जोड़े लैके नहीं आउंदा। गुरु के प्यार विच धर्म इत्थे मुख है, पर अज ते उल्टी खेड वापरदी पई है। धर्म की थां ते राजनीति, दसो जे राजनीति दस्तार की थां ते जुत्ती आ जाए, जुत्ती थां दस्तार आ जाए, की हाल होएगा? की हो रहा साडा हाल? जैसे राजा धर्म स्वरूप राजनीत बिखै, ताके देश प्रजा बसत सुख पाए कह। जैसे होत खेवट चैतन सावधान जामै, लागे निर्विघन बोहित पार जाए कह। सियाणा मल्ला ना उन्होंने पता हुंदा है जिथे मैं बेड़ी चलाना किन्नी कोई गहराई है, किन्नी कोई डूंघाई है, जे बहुतियां तेज लहर आ गई तां भी बेड़ी नूं पार करके किनारे ला दिंदा है। तैसे गुर उन्मुन मगन ब्रह्म जोत, जीवन मुकत करे सिख समझाए कह। परमात्मा दे विच आप ही गुरु लीन है, ते सिख नूं भी ऐसी सिक्ख्या देंदे ने सतगुरु, हुक्म दे विच गल ते हुक्म विच चलण दी है। असी भी तो सतगुरु ने ते हुक्म की गल की है, हुक्म दे विच ही ओदी खेड वापरदी है, मुक्ति का हकदार बनता है। हुक्म दे विच कोई नरक भोगदा पिया है, उन्हें कर्म ही ऐसे कीते ने। हुक्म संसारी, हुक्म दे विच ही वो संसारी गृहस्थी बनया होया है, ओदी संसार नाल लै लगी हुई है। ऐसे उन्हें कर्म कीते ने तो बाहर निकल नहीं सकता, चाहुंदा भी है। ते हुक्म दे विच उन्हें कर्म ऐसे कीते ने, लोकी भगत भगत कहंदे ने। गोबिंद 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 संग नाम देओ मन लीना, आड दाम को छीपरो होयो लाकीना। हुक्मे होछा, हुक्म दे विच ही होछी मत वाला है, हुक्म दे विच ही ओ सियाणी मत वाला है। दूजा ना ही अवर धड़ा, कहंदे ने होर कोई पक्ष तेरे परमात्मा तेरे बिना कोई कर सकदा है कुछ? सब कुछ करन कराउण वाला तू ही है। गुरु के प्यार वालियो, सत्संगी जनों, कोटान कोट धन्नवाद मेरे गुरुदेव पिता धन धन श्री गुरु ग्रंथ साहिब महाराज जी का, जिन्हों ने लगातार 8 तरीक तो ये गुरमत विचारां की लड़ीवार गुरबाणी की सेवा दासरे पासों गुरु की रहमत नाल गुरु ने आप लई है। लगातार इन्ने दिन सेवा करते हैं, क्योंकि बंदा कोई इस गल का मान नहीं कर सकता कि मैं भुल नहीं करता, भुल्लां हो जांदियां ने।
ਤੁਹਾਡੇ ਵਿੱਚ ਵਿਚਰਦੇ ਹਾਂ, ਬੋਲਦੇ ਹਾਂ, ਵਿਚਾਰਾਂ ਕਰਦੇ ਹਾਂ, ਭੁੱਲਾਂ ਮੇਰੀਆਂ ਹੋਈਆਂ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰੂ ਕੇ ਪਿਆਰ ਵਾਲਿਓ, ਦਾਸਰਾ ਸਭ ਤੋਂ ਪਹਿਲਾਂ ਨਿਰੰਕਾਰ ਦਾ, ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਇਹ ਵਿਉਂਤ ਬਣਾਈ, ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਆਪ ਸੰਗਤਾਂ ਦੇ ਇੱਥੇ ਦਰਸ਼ਨ ਦਿਦਾਰੇ ਮੈਂ ਦੱਸਿਆ ਸੀ ਨਾ, 9 ਸਾਲ ਬਾਅਦ 2000 ਵਿੱਚ ਮੈਂ ਇਹਨਾਂ ਦਿਨਾਂ ਵਿੱਚ ਹੀ ਲਗਭਗ ਆਇਆ ਸੀ। ਉਦੋਂ ਪਹਿਲਾਂ 98 ਵਿੱਚ ਗੁਰੂ ਨੇ ਕਿਰਪਾ ਕੀਤੀ ਤੇ ਸਮਾਂ ਬਣਿਆ, ਸਬੱਬ ਬਣਿਆ ਤੇ ਇੱਥੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ। ਦਾਸਰਾ ਸਮੁੱਚੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਇੱਕ ਦਾ ਨਾਂ ਲਵਾਂਗਾ ਤੇ ਗੁਸਤਾਖੀ ਹੋਵੇਗੀ, ਸਾਰੀ ਪ੍ਰਬੰਧਕ ਕਮੇਟੀ ਦਾ, ਆਪ ਸਾਰੇ ਗੁਰੂ ਘਰ ਦੇ ਜਿਹੜੇ ਸਤਸੰਗੀ ਜਾਨੋ, ਆਪ ਸਾਰਿਆਂ ਦਾ, ਤੇ ਜਿੰਨੇ ਵੀ ਇੱਥੇ ਗੁਰਦੁਆਰੇ 'ਚ ਸਟਾਫ ਹੈ, ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ, ਸਮੁੱਚੇ ਸਟਾਫ ਦਾ, ਜਿਨ੍ਹਾਂ ਨੇ ਬਹੁਤ ਦਾਸਰੇ ਦੀ ਝੋਲੀ ਵਿੱਚ ਪਿਆਰ ਪਾਇਆ ਹੈ, ਸਭ ਨੇ, ਆਪ ਸਾਰੀਆਂ ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ, ਸਾਰਿਆਂ ਦਾ ਧੰਨਵਾਦ। ਅੱਜ ਦਾਸਰਾ ਵਾਪਸ ਇੰਡੀਆ ਜਾ ਰਿਹਾ ਹੈ, ਫਿਰ ਕਿਤੇ ਸਤਿਗੁਰੂ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਫਿਰ ਕਿਤੇ ਜਦੋਂ ਦਾਣੇ ਪਾਣੀ ਦੀ ਖੇਡ ਵਾਪਰੀ, ਫਿਰ ਸੰਗਤਾਂ ਦੇ ਦਰਸ਼ਨ ਕਰਾਂਗੇ। ਦਾਸਰਾ ਇੰਨਾ ਕੁਝ ਕਹਿੰਦਾ ਹੋਇਆ ਗੁਰੂ ਅਤੇ ਗੁਰੂ ਦੀਆਂ ਸੰਗਤਾਂ ਤੋਂ ਆਪਣੀਆਂ ਖਿਮਾ ਭੁੱਲਾਂ ਵਾਸਤੇ ਖਿਮਾ ਮੰਗਦਾ ਹੈ ਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਿਓ, ਸਤਿਗੁਰੂ ਇਸੇ ਤਰ੍ਹਾਂ ਹੀ ਨਿਰੋਲ ਗੁਰਮਤ ਪ੍ਰਚਾਰ ਦੀ ਸੇਵਾ ਲੈਂਦੇ ਰਹਿਣ, ਨਿਤੜਕ ਹੋ ਕੇ ਇਸੇ ਤਰ੍ਹਾਂ ਹੀ ਗੁਰਮਤ ਦਾ ਪ੍ਰਚਾਰ, ਜਿੰਨਾ ਚਿਰ ਸਰੀਰ ਅੰਦਰ ਸਵਾਸ ਨੇ, ਇਸੇ ਤਰ੍ਹਾਂ ਹੀ ਸਤਿਗੁਰੂ ਰਹਿਮਤ ਬਖਸ਼ਿਸ਼ ਕਰਦੇ ਰਹਿਣ। ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਸੇਵਾ ਗੁਰੂ ਨੇ ਲਾਈ ਹੈ, ਉਹ ਵੀ ਲੈਂਦੇ ਰਹਿਣ। ਸਭ ਦਾ ਧੰਨਵਾਦ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।